ਅਸੀਂ ਸਾਰੇ ਫਰਾਈਡੇ ਨੂੰ ਰਾਤੀ ਡਿਨਰ ਕਰਕੇ ਆਪਣੇ ਰੂਮਸ 'ਚ ਗਏ। 10:15 ਦੇ ਕੋਲ ਦਾ ਟਾਈਮ ਹੈ ਤੇ ਇੱਕਦਮ ਬਹੁਤ ਰੋਲਾ ਆਇਆ ਬਾਹਰ ਤੇ ਗਰੁੱਪ ਆਫ ਗਰਲਸ ਕੇਮ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਏਦਾਂ ਵੀਡੀਓਜ਼ ਲੀਕ ਹੋਈਆਂ ਤੇ ਕਿਸੇ ਨੇ ਸੁਸਾਈਡ ਅਟੈਂਪਟ ਕੀਤਾ ਤੇ ਸਾਰੇ ਗੁੱਸੇ 'ਚ ਆ ਕੇ ਇਕੱਠਾ ਹੋ ਕੇ ਬਾਹਰ ਨਿਕਲ ਗਏ। ਕਾਫੀ ਕੁੜੀਆਂ ਵੱਲੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਵਿੱਚੋਂ ਕਹਿੰਦੇ ਕਿ 2 ਦੀ ਡੈਥ ਵੀ ਹੋ ਚੁੱਕੀ ਹੈ। ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕੁਝ ਕੁ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਜਿਹਦੇ ਵਿੱਚ ਕਿ ਕੁੜੀਆਂ ਬੇਹੋਸ਼ ਸੀਗੀਆਂ, ਉਹਨਾਂ ਨੂੰ ਚੱਕ ਕੇ ਲਿਜਾਇਆ ਜਾ ਰਿਹਾ ਸੀਗਾ। ਉਹਦੇ ਪਿੱਛੇ ਦਾ ਕੀ ਕਾਰਨ ਹੈ? ਵੀਡੀਓਜ਼ ਪ੍ਰੋਟੈਸਟ ਦੇ ਵਿੱਚ ਦੀਆਂ ਜੇ ਤੁਸੀਂ ਦੇਖੋ ਧਿਆਨ ਨਾਲ ਤੇ ਜਦ ਕਰ ਰਹੇ ਸੀ ਤਾਂ ਉੱਥੇ ਇੱਕਦਮ ਭਗਦੜ ਮਚ ਗਈ ਤੇ ਕੁੜੀਆਂ ਸੀ ਕੁਝ ਬੇਹੋਸ਼ ਹੋ ਗਈਆਂ, ਕਈਆਂ ਨੂੰ ਪੈਨਿਕ ਅਟੈਕ ਆ ਗਏ ਤੇ ਉਸੇ ਟਾਈਮ ਐਂਬੂਲੈਂਸ ਬੁਲਾਈ ਗਈ, ਉਹਨਾਂ ਨੂੰ ਹਸਪੀਟਲਾਈਜ਼ ਕਰਾ ਦਿੱਤਾ। ਯੂਨੀਵਰਸਿਟੀ ਵੱਲੋਂ ਕਿਹਾ ਜਾ ਰਿਹਾ ਹੈ, ਵਿਦਿਆਰਥੀਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਮਾਮਲਾ ਰਫਾ ਦਫਾ ਨਹੀਂ ਕਰਨਗੇ ਤਾਂ ਵਿਦਿਆਰਥੀਆਂ ਦੀ ਡਿਗਰੀ ਵੀ ਰੱਦ ਹੋ ਸਕਦੀ ਹੈ ਜਾਂ ਫਿਰ ਵਿਦਿਆਰਥੀਆਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਮਾਮਲਾ ਰਫਾ ਦਫਾ ਕਰ ਦਿਓ। ਸੋਚਦੇ ਕਿੰਨੇ ਬੰਦਿਆਂ ਨੂੰ ਧਮਕੀ ਦੇ ਲੋਗੇ? ਆਪਾਂ ਬਹੁਤ ਜ਼ਿਆਦਾ ਮਾਤਰਾ ਚ ਐਵੇਂ ਦੀ ਐਸੇ ਕੋਈ ਧਮਕੀ ਨਹੀਂ ਆਈ ਤਾਂ ਸਾਡੇ ਚਾਂਸਲਰ ਸਰ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਸਾਡੀ ਸਾਈਡ ਹੀ ਆ। ਠੀਕ ਹੈ, ਉਹ ਇਨਵੈਸਟੀਗੇਸ਼ਨ ਕਰੋਗੇ ਪਰ ਦਬਾਇਆ ਨਹੀਂ ਜਾ ਰਿਹਾ। ਪ੍ਰੋਟੈਸਟ ਨਹੀਂ, ਉਹ ਭਗਦੜ ਜ਼ਿਆਦਾ ਸੀ। ਸਾਨੂੰ ਕਲੈਰਿਟੀ ਵੀ ਨਹੀਂ ਸੀ ਕੀ ਹੋਇਆ। ਸਾਰੇ ਬਸ ਜੋ ਸੁਣਿਆ ਸੀ ਉਹ ਸੁਣ ਕੇ ਚਲੇ ਗਏ DSW ਕਿ ਵੀ ਵਾਂਟ ਜਸਟਿਸ। ਉਸ ਹੋਸਟਲ ਦੀ ਕੁੜੀਆਂ ਬੁਲਾਉਣ ਆਈਆਂ ਸਭ ਇਕੱਠੇ ਹੋ ਕੇ ਤੇ ਉਹਨਾਂ ਨਾਲ ਬਾਹਰ ਚਲੇ ਗਏ ਸੀ। DSW ਸਾਡਾ ਹੈਗਾ ਡਿਪਾਰਟਮੈਂਟ ਆਫ ਸਟੂਡੈਂਟ ਵੈਲਫੇਅਰ ਤੇ ਉੱਥੇ ਰੀਚ ਆਊਟ ਕਰਨ ਲਈ ਗਏ ਸੀ ਕਿ ਜੇ ਸੱਚੀ ਚ ਹੋਇਆ ਤਾਂ ਸਾਨੂੰ ਜਸਟਿਸ ਚਾਹੀਦੀ, ਗੱਲ ਦਬਣੀ ਨਹੀਂ ਚਾਹੀਦੀ। ਔਰ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਦਿਆਰਥੀਆਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਹੈ ਔਰ ਉਹਨਾਂ ਦੇ ਫੋਨ ਵੀ ਤੋੜੇ ਗਏ ਨੇ। ਫੋਨ ਤੋੜਨ ਦੀ ਗੱਲ ਤਾਂ ਮੈਨੂੰ ਨਹੀਂ ਪਤਾ, ਨਾ ਮੈਂ ਉਹ ਦੇਖਿਆ, ਬਟ ਲਾਠੀ ਚਾਰਜ ਬੱਚਿਆਂ ਹਾਂਜੀ ਅਸੀਂ ਉਹਨਾਂ ਤੋਂ 3 ਮੰਗਾਂ ਮੰਗੀਆਂ ਸੀ। ਉਹਨਾਂ ਨੇ ਕਿਹਾ ਸਾਨੂੰ ਦਿੱਤੀ ਜਾਊਗੀ। ਪਹਿਲੀ ਇਹ ਸੀ ਕਿ ਪੂਰੇ ਹੋਸਟਲ 'ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਜਿਹੜੇ ਹੋਸਟਲ 'ਚ ਉਹ ਹੋਇਆ ਇੰਸੀਡੈਂਟ ਉੱਧਰ ਦੇ ਜਿਹੜੇ ਵਾਰਡਨਸ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਸ ਤੋਂ ਬਾਅਦ ਇੱਕ ਸਾਨੂੰ ਚਾਹੀਦਾ ਕਿ ਜਿਵੇਂ DSW ਦਾ ਕੋਈ ਵੀ ਕਮੇਟੀ ਬਿਠਾਈ ਜਾਏ, ਪੂਰੀ ਇਨਵੈਸਟੀਗੇਸ਼ਨ ਹੋਏ, ਇੰਟਰਨਲ ਵੀ ਤੇ ਆਫੀਸਰਸ ਤਾਂ ਕਰ ਰਹੇ ਉਹ ਵੀ ਕਰਨ ਪਰ ਇੰਟਰਨਲ ਇਨਵੈਸਟੀਗੇਸ਼ਨ ਵੀ ਹੋਏ। ਸਤਿ ਸ਼੍ਰੀ ਅਕਾਲ, ਲੁਧਿਆਣਾ ਹਾਈਲਾਈਟਸ ਦੇਖ ਰਹੇ ਹੋ ਤੁਸੀਂ, ਮੈਂ ਜਸਦੀਪ। ਪਿਛਲੇ 2 ਦਿਨਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਬਹੁਤ ਹੀ ਭਖਿਆ ਹੋਇਆ ਹੈ ਤੇ ਹਰ ਕੋਈ ਜਾਣੂ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੇ ਜੋ ਇਹ ਮਾਮਲਾ ਹੈ ਉਹ ਵੀ ਬਹੁਤ ਗੰਭੀਰ ਹੈ ਤੇ ਹੁਣ ਜੋ ਉੱਥੇ ਦੇ ਹਾਲਾਤ ਬਣੇ ਹੋਏ ਨੇ ਉਹ ਵੀ ਬਹੁਤ ਗੰਭੀਰ ਨੇ। ਕਿਸੇ ਵੀ ਚੈਨਲ ਵੱਲੋਂ ਪੂਰੀ ਪਰਪੱਕਤਾ ਨਾਲ ਜਿਹੜੀ ਹੈ ਉਹ ਪੱਤਰਕਾਰੀ ਨਹੀਂ ਕੀਤੀ ਗਈ, ਉੱਥੇ ਦੀ ਜਾ ਕੇ ਕਵਰੇਜ ਨਹੀਂ ਕੀਤੀ ਗਈ ਤੇ ਜੋ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਕੁਝ ਵਿਦਿਆਰਥਣਾਂ ਵੱਲੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕੁਝ ਦੀ ਡੈਥ ਵੀ ਹੋ ਚੁੱਕੀ ਹੈ ਤੇ ਵਿਦਿਆਰਥੀਆਂ ਦੇ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੈ, ਉਹਨਾਂ ਦੇ ਮੋਬਾਈਲ ਫੋਨ ਤੋੜੇ ਗਏ ਨੇ। ਜੋ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਧਮਕੀਆਂ ਆ ਰਹੀਆਂ ਨੇ ਕਿ ਮਾਮਲਾ ਰਫਾ ਦਫਾ ਕੀਤਾ ਜਾਵੇ ਤਾਂ ਐਵੇਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਸੀ। ਅਸੀਂ ਉਸੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨਾਲ ਗੱਲ ਕਰਾਂਗੇ ਜੋ 2nd ਈਅਰ ਦੀ ਹੈ ਕਿ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਕਿੰਨਾ ਕੁ ਸੱਚ ਹੈ, ਕਿੰਨਾ ਕੁ ਝੂਠ ਹੈ। ਅਸੀਂ ਉਹਨਾਂ ਦਾ ਨਾਮ ਕਾਲਪਨਿਕ ਨਾਮ ਵੀਨਾ ਰੱਖਿਆ ਹੈ ਕਿਉਂਕਿ ਕੁਝ ਕਾਰਨਾਂ ਕਰਕੇ ਅਸੀਂ ਉਹਨਾਂ ਦਾ ਨਾਮ ਜਨਤਕ ਨਹੀਂ ਕਰ ਸਕਦੇ ਤਾਂ ਅਸੀਂ ਉਹਨਾਂ ਨਾਲ ਹੀ ਗੱਲ ਕਰਾਂਗੇ। ਪਹਿਲੇ ਤੇ ਵੀਨਾ ਸਵਾਗਤ ਹੈ ਤੁਹਾਡਾ ਬਹੁਤ-ਬਹੁਤ। ਹਾਂਜੀ ਧੰਨਵਾਦ। ਵੀਨਾ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਯੂਨੀਵਰਸਿਟੀ ਦੇ 2nd ਈਅਰ ਦੇ ਸਟੂਡੈਂਟ ਹੋ ਤਾਂ ਤੁਸੀਂ ਹੋਸਟਲ ਦੇ ਵਿੱਚ ਹੀ ਰਹਿੰਦੇ ਹੋ ਉੱਥੇ? ਹੈਲੋ। ਹਾਂਜੀ ਹਾਂਜੀ ਠੀਕ ਹੈ ਤੇ ਜਿਸ ਹੋਸਟਲ ਦੀ ਇਹ ਘਟਨਾ ਹੈ ਤੁਸੀਂ ਉਸੇ ਹੋਸਟਲ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਕਿਸੇ ਦੂਸਰੇ ਹੋਸਟਲ ਦੇ ਵਿੱਚ ਰਹਿੰਦੇ ਹੋ? ਨਹੀਂ, ਮੈਂ ਕਿਸੇ ਦੂਸਰੇ ਹੋਸਟਲ 'ਚ ਰਹਿੰਦੀ ਹਾਂ।
ਠੀਕ ਹੈ। ਤੇ ਤੁਹਾਨੂੰ ਕਦੋਂ ਕੁ ਇਹ ਪਤਾ ਲੱਗਿਆ ਸੀਗਾ ਕਿ ਜੋ ਇਹ ਘਟਨਾ ਹੋ ਚੁੱਕੀ ਹੈ, ਤੇ ਮਤਲਬ ਕਿਵੇਂ ਸ਼ੁਰੂ ਹੋਇਆ ਕਿ ਤੁਹਾਡੇ ਤੱਕ ਕਿਵੇਂ ਖਬਰ ਪਹੁੰਚੀ? ਅਸੀਂ ਸਾਰੇ ਫਰਾਈਡੇ ਨੂੰ ਰਾਤੀ ਡਿਨਰ ਕਰਕੇ ਆਪਣੇ ਰੂਮਸ 'ਚ ਗਏ। 10:15 ਦੇ ਕੋਲ ਦਾ ਟਾਈਮ ਹੈ। ਇੱਕਦਮ ਬਹੁਤ ਰੋਲਾ ਆਇਆ ਬਾਹਰ ਤੇ ਗਰੁੱਪ ਆਫ ਗਰਲਸ ਕੇਮ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਏਦਾਂ ਵੀਡੀਓਜ਼ ਲੀਕ ਹੋਈਆਂ ਤੇ ਕਿਸੇ ਨੇ ਸੁਸਾਈਡ ਅਟੈਂਪਟ ਕੀਤਾ ਤੇ ਸਾਰੇ ਗੁੱਸੇ 'ਚ ਆ ਕੇ ਇਕੱਠਾ ਹੋ ਕੇ ਬਾਹਰ ਨਿਕਲ ਗਏ, ਫੋਰਸਫੁਲੀ ਬਾਹਰ ਨਿਕਲ ਗਏ। ਉਸ ਬਾਅਦ ਬਾਕੀ ਹੌਸਟਲ ਦੇ ਬॉयਜ਼ ਗਰਲਸ ਇਕੱਠੇ ਹੋਏ ਤੇ ਪ੍ਰੋਟੈਸਟ ਨਹੀਂ, ਉਹ ਭਗਦੜ ਜ਼ਿਆਦਾ ਸੀ। ਸਾਨੂੰ ਕਲੈਰਿਟੀ ਵੀ ਨਹੀਂ ਸੀ ਕੀ ਹੋਇਆ। ਸਾਰੇ ਬਸ ਜੋ ਸੁਣਿਆ ਸੀ ਉਹ ਸੁਣ ਕੇ ਚਲੇ ਗਏ DSW ਕਿ ਵੀ ਵਾਂਟ ਜਸਟਿਸ। ਠੀਕ ਹੈ। ਤੇ ਜਿਹੜੀ ਸੁਸਾਈਡ ਦੀ ਗੱਲ ਆ ਰਹੀ ਹੈ, ਤਾਂ ਪਹਿਲਾਂ ਇੱਕ ਖਬਰ ਆਈ ਸੀ ਕਿ ਕਿਸੇ ਨੇ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਲੈ ਕੇ ਤੁਸੀਂ ਸਾਰੇ ਜਣੇ ਬਾਹਰ ਆਏ ਸੀ? ਫਿਰ ਨਹੀਂ, ਅਸੀਂ ਕਿਸੇ ਨੂੰ ਬਾਹਰ ਲੈ ਕੇ ਸਾਨੂੰ ਬਸ ਜਿਸ ਹੋਸਟਲ ਦਾ ਰੂਮਰ ਸੀ ਨਾ, ਉਸ ਹੋਸਟਲ ਦੀ ਕੁੜੀਆਂ ਬੁਲਾਉਣ ਆਈਆਂ ਸਭ ਇਕੱਠੇ ਹੋ ਕੇ ਤੇ ਉਹਨਾਂ ਨਾਲ ਬਾਹਰ ਚਲੇ ਗਏ ਸੀ। DSW ਸਾਡਾ ਹੈਗਾ ਡਿਪਾਰਟਮੈਂਟ ਆਫ ਸਟੂਡੈਂਟ ਵੈਲਫੇਅਰ। ਤੇ ਉੱਥੇ ਰੀਚ ਆਊਟ ਕਰਨ ਲਈ ਗਏ ਸੀ ਕਿ ਜੇ ਸੱਚੀ ਚ ਹੋਇਆ ਤਾਂ ਸਾਨੂੰ ਜਸਟਿਸ ਚਾਹੀਦੀ ਹੈ, ਗੱਲ ਦਬਣੀ ਨਹੀਂ ਚਾਹੀਦੀ। ਠੀਕ ਹੈ। ਮਤਲਬ ਤੁਹਾਨੂੰ ਐਗਜ਼ੈਕਟ ਨਹੀਂ ਪਤਾ ਕਿ ਸੁਸਾਈਡ ਹੋਇਆ ਜਾਂ ਨਹੀਂ ਹੋਇਆ? ਨਹੀਂ, ਇਹ ਸਾਨੂੰ ਨਹੀਂ ਪਤਾ। ਠੀਕ ਹੈ। ਤੇ ਜੋ ਵੀ ਖਬਰ ਆਈ ਸੀ ਕਿ ਸੁਸਾਈਡ ਕਾਫੀ ਕੁੜੀਆਂ ਵੱਲੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਵਿੱਚੋਂ ਕਹਿੰਦੇ ਕਿ 2 ਦੀ ਡੈਥ ਵੀ ਹੋ ਚੁੱਕੀ ਹੈ। ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹ ਪਹਿਲੇ ਤਾਂ ਸਾਨੂੰ ਸਾਰਿਆਂ ਨੂੰ ਆਈ ਸੁਣਨ ਚ ਆਇਆ ਸੀ, ਤਦ ਅਸੀਂ ਕੱਲ ਦੁਬਾਰਾ ਪ੍ਰੋਟੈਸਟ ਕੀਤਾ। ਬਟ ਫਿਰ ਕਮਿਸ਼ਨਰ ਸਰ ਆਏ ਤੇ ਕਾਫੀ ਪੁਲਿਸ ਆਫਿਸਰਸ ਆਏ, ਉਹਨਾਂ ਨੇ ਸਾਨੂੰ ਕਨਫਰਮ ਕੀਤਾ, ਸਾਡੀ ਅਥਾਰਟੀਜ਼ ਨੇ ਸਾਨੂੰ ਕਨਫਰਮ ਕੀਤਾ ਕਿ ਸੁਸਾਈਡ ਅਟੈਂਪਟ ਨਹੀਂ ਹੋਇਆ ਹੈ, ਕਿਸੇ ਦੀ ਜਾਨ ਨਹੀਂ ਗਈ ਹੈ। ਵੀਡੀਓ ਤੇ ਜਿੰਨੇ ਇਹ ਕ੍ਰਾਈਮ ਕੀਤਾ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਜਿਨ੍ਹਾਂ ਮੁੰਡਿਆਂ ਦੇ ਨਾਮ ਆਏ ਸੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੈ। ਇਨਵੈਸਟੀਗੇਸ਼ਨ ਹੋ ਰਹੀ ਹੈ, ਪਰ ਉਹਨਾਂ ਨੇ ਸਾਨੂੰ ਇਹ ਸ਼ੋਰਟੀ ਦਿੱਤੀ ਹੈ ਕਿ ਹਾਲੇ ਤੱਕ ਤਾਂ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਸੁਸਾਈਡ ਹੋਈ ਹੈ। ਬਟ ਜੇ ਹੋਈ ਹੋਊਗੀ ਤਾਂ ਉਹਦੇ ਤੇ ਪੂਰੀ ਇਨਵੈਸਟੀਗੇਸ਼ਨ ਵੀ ਕੀਤੀ ਜਾਊਗੀ ਤਾਂ ਜਸਟਿਸ ਵੀ ਮਿਲੂਗੀ ਸਾਨੂੰ। ਠੀਕ ਹੈ। ਤੇ ਕੁਝ ਕੁ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਜਿਹਦੇ ਵਿੱਚ ਕਿ ਕੁੜੀਆਂ ਬੇਹੋਸ਼ ਸੀਗੀਆਂ, ਉਹਨਾਂ ਨੂੰ ਚੱਕ ਕੇ ਲਿਜਾਇਆ ਜਾ ਰਿਹਾ ਸੀਗਾ, ਉਹਦੇ ਪਿੱਛੇ ਦਾ ਕੀ ਕਾਰਨ ਹੈ? ਉਹ ਵੀਡੀਓਜ਼ ਪ੍ਰੋਟੈਸਟ ਦੇ ਵਿੱਚ ਦੀਆਂ, ਜੇ ਤੁਸੀਂ ਦੇਖੋ ਧਿਆਨ ਨਾਲ, ਤੇ ਜਦ ਕਰ ਰਹੇ ਸੀ ਤਾਂ ਉੱਥੇ ਇੱਕਦਮ ਭਗਦੜ ਮਚ ਗਈ ਤੇ ਕੁੜੀਆਂ ਸੀ ਕੁਝ ਬੇਹੋਸ਼ ਹੋ ਗਈਆਂ, ਕਈਆਂ ਨੂੰ ਪੈਨਿਕ ਅਟੈਕ ਆ ਗਏ ਤੇ ਉਸੇ ਟਾਈਮ ਐਂਬੂਲੈਂਸ ਬੁਲਾਈ ਗਈ ਉਹਨਾਂ ਨੂੰ ਹਸਪੀਟਲਾਈਜ਼ ਕਰਾਉਣ ਲਈ। ਬਟ ਨਾ ਹੀ ਉਹ ਹਸਪੀਟਲ ਚ ਨਿਕਲੀਆਂ ਸੀ। ਇੱਕ ਤਾਂ ਮੇਰੇ ਸਾਹਮਣੇ ਕੁੜੀ ਬੇਹੋਸ਼ ਹੋ ਗਈ ਸੀ ਪ੍ਰੋਟੈਸਟ ਦੇ ਵਿੱਚ ਹੀ, ਤੇ ਫਿਰ ਐਂਬੂਲੈਂਸ ਬੁਲਾਈ ਗਈ ਸੀ ਨਾਲੇ। ਠੀਕ ਹੈ। ਮਤਲਬ ਉਹਨਾਂ ਦੇ ਜੋ ਵੀਡੀਓਜ਼ ਵਾਇਰਲ ਹੋਈਆਂ ਉਹਨਾਂ ਦੇ ਪਿੱਛੇ ਦਾ ਉਹ ਕਾਰਨ ਸੀਗਾ ਕਿ ਉਹ ਕੁੜੀਆਂ ਪ੍ਰੋਟੈਸਟ ਦੇ ਦੌਰਾਨ ਜਿਹੜਾ ਉਹਨਾਂ ਨੂੰ ਪੈਨਿਕ ਅਟੈਕ ਆਏ ਸੀ। ਹਾਂਜੀ, ਬਿਨਾਂ ਫੈਕਟ ਚੈਕਿੰਗ ਦੇ ਵੀਡੀਓਜ਼ ਵਾਇਰਲ ਹੋ ਗਈਆਂ ਨੈਟ ਤੇ ਬੇਸਿਕਲੀ। ਠੀਕ ਹੈ। ਔਰ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਦਿਆਰਥੀਆਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਔਰ ਉਹਨਾਂ ਦੇ ਫੋਨ ਵੀ ਤੋੜੇ ਗਏ ਨੇ। ਫੋਨ ਤੋੜਨ ਦੀ ਗੱਲ ਤਾਂ ਮੈਨੂੰ ਨਹੀਂ ਪਤਾ, ਨਾ ਮੈਂ ਉਹ ਦੇਖਿਆ, ਬਟ ਲਾਠੀ ਚਾਰਜ ਬੱਚੇ ਪ੍ਰੋਟੈਸਟ ਕਰ ਰਹੇ, ਕੁਝ ਬੱਚਿਆਂ ਨੇ ਭੰਨ ਤੋੜ ਸ਼ੁਰੂ ਕਰਤੀ ਤੇ ਸਾਨੂੰ ਲੱਗਿਆ ਸੀ ਹਾਰਮ ਨਾ ਹੋਈ, ਪਬਲਿਕ ਯੂਨੀਵਰਸਿਟੀ ਦੀ ਪ੍ਰਾਪਰਟੀ ਹਾਰਮ, ਇਸ ਲਈ ਉਹਨਾਂ ਨੇ ਪਹਿਲੇ ਤਾਂ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਟ ਜਦ ਨਹੀਂ ਹੋਰ ਵਾਇਲੇਟ ਹੋ ਰਹੇ ਸੀ ਤਾਂ ਉਹਨਾਂ ਨੇ ਲਾਠੀ ਚਾਰਜ ਕਰਤਾ। ਠੀਕ ਹੈ। ਤੇ ਕੱਲ ਰਾਤ ਜਿਹੜਾ ਉਹ ਧਰਨਾ ਇਹ ਖਤਮ ਕਰ ਦਿੱਤਾ ਗਿਆ, ਤਾਂ ਤੁਸੀਂ ਕਿਹੜੀਆਂ ਮੰਗਾਂ ਜਿਹੜੀਆਂ ਵਿਦਿਆਰਥੀਆਂ ਵੱਲੋਂ ਰੱਖੀਆਂ ਗਈਆਂ ਸੀਗੀਆਂ ਤੇ ਤੁਹਾਨੂੰ ਜਿਹੜੀਆਂ ਵੀ ਮੰਗਾਂ ਰੱਖੀਆਂ ਗਈਆਂ ਸੀ ਤੁਹਾਨੂੰ ਕਿਹਾ ਗਿਆ ਵੀ ਕਿ ਉਹ ਪੂਰੀਆਂ ਹੋਣਗੀਆਂ, ਤੇ ਕਿਹੜੀ ਗੱਲ ਜਿਹੜੀ ਉਹ ਮੰਨੀ ਗਈ ਆ? ਹਾਂਜੀ, ਅਸੀਂ ਉਹਨਾਂ ਤੋਂ 3 ਮੰਗਾਂ ਮੰਗੀਆਂ ਸੀ, ਉਹਨਾਂ ਨੇ ਸਾਨੂੰ ਦਿੱਤੀ ਜਾਊਗੀ। ਪਹਿਲੀ ਇਹ ਸੀ ਕਿ ਪੂਰੇ ਹੌਸਟਲ 'ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਜਿਹੜੇ ਹੌਸਟਲ 'ਚ ਉਹ ਹੋਇਆ ਇਨਸੀਡੈਂਟ ਉਧਰ ਦੇ ਜਿਹੜੇ ਵਾਰਡਨਸ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਤੇ ਉਸ ਤੋਂ ਬਾਅਦ ਇੱਕ ਸਾਨੂੰ ਚਾਹੀਦਾ ਕਿ ਜਿਵੇਂ DSW ਦਾ ਕੋਈ ਵੀ ਕਮੇਟੀ ਬਿਠਾਈ ਜਾਏ, ਪੂਰੀ ਇਨਵੈਸਟੀਗੇਸ਼ਨ ਹੋਏ, ਇੰਟਰਨਲ ਵੀ ਤੇ ਆਫਿਸਰਸ ਤਾਂ ਕਰ ਰਹੇ ਉਹ ਵੀ ਕਰਨ, ਪਰ ਇੰਟਰਨਲ ਇਨਵੈਸਟੀਗੇਸ਼ਨ ਵੀ ਹੋਏ। ਠੀਕ ਹੈ। ਹਾਂਜੀ। ਤੇ ਇੱਕ ਇਹ ਵੀ ਆ ਰਿਹਾ ਸੀ ਕਿ ਯੂਨੀਵਰਸਿਟੀ ਵੱਲੋਂ ਕਿਹਾ ਜਾ ਰਿਹਾ ਹੈ, ਵਿਦਿਆਰਥੀਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਮਾਮਲਾ ਰਫਾ ਦਫਾ ਨਹੀਂ ਕਰਨਗੇ ਤਾਂ ਵਿਦਿਆਰਥੀਆਂ ਦੀ ਡਿਗਰੀ ਵੀ ਰੱਦ ਹੋ ਸਕਦੀ ਹੈ, ਜਾਂ ਫਿਰ ਵਿਦਿਆਰਥੀਆਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਮਾਮਲਾ ਰਫਾ ਦਫਾ ਕਰ ਦਿਓ। ਮੈਨੂੰ ਪਰਸਨਲੀ ਐਵੇਂ ਦਾ ਕੋਈ ਮੈਸੇਜ ਨਹੀਂ ਆਇਆ। ਮੈਂ ਪ੍ਰੋਟੈਸਟ ਦਾ ਪਾਰਟ ਸੀਗੀ ਜੋ ਉਸ ਦਿਨ ਰਾਤੀ ਹੋਇਆ ਸੀ, ਪਰ ਉਹ ਆਪਾਂ ਸੋਚਦੇ ਕਿੰਨੇ ਬੰਦਿਆਂ ਨੂੰ ਧਮਕੀ ਦੇ ਲੋਗੇ। ਬਿਲਕੁਲ, ਆਪਾਂ ਬਹੁਤ ਜ਼ਿਆਦਾ ਮਾਤਰਾ 'ਚ ਸੀਗੇ, ਐਵੇਂ ਦੀ ਐਸੇ 'ਚ ਕੋਈ ਧਮਕੀ ਨਹੀਂ ਆਈ। ਤਾਂ ਸਾਡੇ ਚਾਂਸਲਰ ਸਰ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਸਾਡੀ ਸਾਈਡ ਹੀ ਆ।
ठीक है, ਜੋ ਖੁਦ ਇਨਵੈਸਟੀਗੇਸ਼ਨ ਕਰੋਗੇ ਪਰ ਦਬਾਇਆ ਨਹੀਂ ਜਾ ਰਿਹਾ। ਠੀਕ ਹੈ। ਤੇ ਜਿਹੜੀ ਜਿਸ ਵੀ ਵੱਲੋਂ ਇਹ ਹਰਕਤ ਕੀਤੀ ਗਈ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਇਹ ਗੱਲ ਦੀ ਸ਼ੋਰਿਟੀ ਹੈਗੀ ਹੈ? ਹਾਂਜੀ, ਉਹਨੂੰ ਉਸ ਲੜਕੀ ਨੂੰ ਉਸੇ ਦਿਨ ਫਰਾਈਡੇ ਨੂੰ ਰਾਤੀ ਅਰੈਸਟ ਕੀਤਾ ਗਿਆ ਤੇ ਉਹਦੇ ਤੋਂ ਜਦ ਪੁੱਛਤਾਛ ਹੋਈ ਤਾਂ ਜਿਹੜੇ ਦੋ ਮੁੰਡਿਆਂ ਦੇ ਨਾਮ ਆਏ, ਇੱਕ ਨੂੰ ਉਹਨਾਂ ਨੇ ਸੈਟਰਡੇ ਨੂੰ ਅਰੈਸਟ ਕੀਤਾ ਤੇ ਇੱਕ ਨੂੰ ਕੱਲ ਸੰਡੇ ਨੂੰ ਕੀਤਾ, ਤੇ ਉਹ ਤਿੰਨਾਂ ਨੂੰ ਅਰੈਸਟ ਕਰ ਲਿਆ ਗਿਆ। ਪੂਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਨਾਂ ਤੇ ਉਹਨਾਂ ਨੂੰ ਪਨਿਸ਼ਮੈਂਟ ਵੀ ਸੁਣਾਈ ਜਾਊਗੀ ਉਹਨਾਂ ਦੇ ਟਾਈਮ ਦੇ ਅਕੋਰਡਿੰਗ। ਤੇ ਜੋ ਵੀ ਉੱਥੇ ਸਾਰੀ ਪ੍ਰੋਸੈਸਿੰਗ ਹੋ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਦੇ ਵਿੱਚ ਜਿਹੜਾ ਵਾ ਉਹ ਵਿਦਿਆਰਥੀਆਂ ਨਾਲ ਨਿਆਂ ਹੋਊਗਾ ਜਾਂ ਨਹੀਂ? ਸਾਨੂੰ ਉਮੀਦ ਤਾਂ ਹੈਗੀ ਹੈ ਪੂਰੀ ਆਪਣੀ ਯੂਨੀਵਰਸਿਟੀ ਤੋਂ ਕਿ ਸਾਡੇ ਨਾਲ ਗਲਤ ਨਹੀਂ ਕਰੂਗੇ ਤੇ ਆਪਾਂ ਉਮੀਦ ਰੱਖਦੇ ਹਾਂ ਨਿਆਂ ਦੀ। ਬਾਕੀ ਉਹਨਾਂ ਦੇ ਉੱਤੇ ਹੈ ਉਹ ਕਿੰਨੀ ਜਸਟਿਸ ਸਾਡੇ ਨਾਲ ਕਰਨਾ ਚਾਹੋਗੇ। ਠੀਕ ਹੈ। ਔਰ ਵੈਸੇ ਸਟੂਡੈਂਟ ਪਾਵਰ ਜਿਹੜੀ ਹੁੰਦੀ ਆ ਉਹ ਬਹੁਤ ਵੱਡੀ ਹੁੰਦੀ ਹੈ। ਜੇ ਸਾਰੇ ਸਟੂਡੈਂਟ ਇਕੱਠੇ ਹੋ ਕੇ ਇੱਕ ਵਾਰੀ ਖੜੇ ਹੋ ਜਾਣ ਤਾਂ ਉਹ ਸਰਕਾਰ ਨੂੰ ਵੀ ਹਿਲਾ ਸਕਦੇ ਆ। ਤਾਂ ਤੁਸੀਂ ਸਾਰੇ ਡਟ ਕੇ ਖੜੇ ਹੋ, ਜੋ ਵੀ ਗਲਤ ਹੋਇਆ ਤਾਂ ਉਸ ਦੇ ਖਿਲਾਫ ਰੋਸ ਕਰ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਨਿਆਂ ਨਹੀਂ ਹੁੰਦਾ ਤਾਂ ਤੁਸੀਂ ਖੜ ਸਕਦੇ ਹੋ। ਤਾਂ ਬਾਕੀ ਮੈਨੂੰ ਲੱਗਦਾ ਹੈ ਕਿ ਜੇ ਸਾਰੇ ਜਣੇ ਖੜਨਗੇ ਤਾਂ ਸਰਕਾਰ ਨੂੰ ਵੀ ਤੁਹਾਡੀ ਗੱਲ ਸੁਣਨੀ ਪਏਗੀ। ਧੰਨਵਾਦ ਤੁਹਾਡਾ ਬਹੁਤ-ਬਹੁਤ, ਤੁਸੀਂ ਸਾਡੇ ਨਾਲ ਜੁੜੇ ਤੇ ਜਾਣਕਾਰੀ ਸਾਂਝੀ ਕੀਤੀ। ਧੰਨਵਾਦ। ਸਾਡੇ ਨਾਲ ਮੌਜੂਦ ਸੀ ਉਸ ਯੂਨੀਵਰਸਿਟੀ ਦੀ ਹੀ ਸੈਕੰਡ ਈਅਰ ਦੀ ਸਟੂਡੈਂਟ ਜਿਹਨੇ ਕਿ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਜੋ ਵੀ ਉੱਥੇ ਹੋ ਰਿਹਾ ਹੈ ਉਹਦੇ ਵਿੱਚ ਵਾਕਈ ਕਿੰਨੀ ਕੁ ਸੱਚਾਈ ਹੈ ਜਾਂ ਕਿੰਨਾ ਕੁ ਝੂਠ ਹੈ। ਤੇ ਜੋ ਵੀ ਇਹ ਮਸਲਾ ਹੋਇਆ ਹੈ ਬਹੁਤ ਗੰਭੀਰ ਮਸਲਾ ਹੋਇਆ ਹੈ। ਸਾਰੇ ਲੋਕਾਂ ਨੂੰ ਹੀ ਇਸ ਗੱਲ ਬਾਰੇ ਸੋਚਣ ਦੀ ਲੋੜ ਹੈ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਖਾਸ ਕਰਕੇ ਸੋਚਣ ਦੀ ਲੋੜ ਹੈ ਕਿ ਉਹ ਅੱਗੇ ਜਾ ਕੇ ਕੀ ਕਰਨਗੇ। ਧੰਨਵਾਦ।